सतगुर की जिसनू मत आवे सो सतगुर माहे समाना। एह बाणी जो जियों जाने तिस अंतर रवे हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। गौड़ी ग्वारेरी महला तीजा सतगुर मिले वड भाग संजोग। हृदय नाम नित हर रस भोग। गुरमुख प्राणी नाम हर ध्याए। जन्म जीत लाहा नाम पाए। रहाओ ज्ञान ध्यान गुर शब्द है मीठा। गुर कृपा ते किनै विरल चख डीठा। कर्म कांड बहु करे आचार। बिन नामे त्रिग त्रिग अहंकार। बंधन बांध्यो माया फांस। जन नानक छूट
ਗੁਰ ਪਰਗਾਸ ਬੰਧਨ ਬਾਂਧਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਗੌੜੀ ਗਵਾਰੇਰੀ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। 162 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਭਾਈ ਅਜੀਤ ਸਿੰਘ ਜੀ ਆਲਮਗੀਰ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 11 ਤਰੀਕ ਨੂੰ ਹੈ। 10 ਤਰੀਕ ਰਾਤ ਦੇ ਵਿਸ਼ੇਸ਼ ਸਮਾਗਮ ਹਰ ਸਾਲ ਦੀ ਤਰ੍ਹਾਂ ਸਰੋਵਰ ਦੀ ਪਰਿਕਰਮਾ ਤੇ ਹੋਣਗੇ। ਸੋ ਆਪ ਜੀ ਨੇ ਸੇਵਾ ਕਰਕੇ ਹਾਜ਼ਰੀਆਂ ਭਰ ਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ। ਆਪਣਾ ਮਨ ਬਣਾਈਏ ਕਿ ਗੁਰੂ ਦਾ ਗੁਰਪੁਰਬ ਮਨਾਉਣਾ ਹੈ, ਗੁਰੂ ਦੀਆਂ ਖੁਸ਼ੀਆਂ ਲੈਣੀਆਂ ਨੇ। ਆਪ ਜੀ ਦਿੱਲੀ ਕਮੇਟੀ ਨਾਲ, ਗੁਰਦੁਆਰਾ ਬੰਗਲਾ ਸਾਹਿਬ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ। ਕੋਈ ਵੀ ਸੇਵਾ ਆਪ ਜੀ ਲੈ ਸਕਦੇ ਹੋ। ਆਪਾਂ ਯਤਨ ਕਰੀਏ ਕਿ ਉਸ ਦਿਨ ਵੱਧ ਤੋਂ ਵੱਧ ਸੰਗਤ ਮੱਥਾ ਟੇਕ ਸਕੇ। ਆਈ ਸੰਗਤ ਨੂੰ ਹਰ ਤਰ੍ਹਾਂ ਦੀ ਸੁੱਖ ਸਹੂਲਤ ਆਪਾਂ ਦੇ ਸਕੀਏ। ਇਹਦੇ ਵਾਸਤੇ ਮੈਂ ਆਮ ਸੰਗਤ ਨੂੰ ਵੀ ਤੇ ਜਿਹੜੀਆਂ ਸਿੱਖ ਜਥੇਬੰਦੀਆਂ, ਨੌਜਵਾਨ ਵੀਰ ਖਾਸ ਕਰਕੇ, ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆ ਕੇ ਬਤੌਰ ਵਲੰਟੀਅਰ ਗੱਡੀਆਂ ਦੀ ਪਾਰਕਿੰਗ, ਜੋੜਾ ਘਰ ਦੀ ਸੇਵਾ, ਖਾਸ ਕਰਕੇ ਸਫਾਈ ਜਿਹੜੀ ਹੈ ਉਹਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਪਣੇ ਨਾਵਾਂ ਦੇ ਨਾਲ ਵੀ ਸਿੰਘ ਅਤੇ ਕੌਰ ਸ਼ਬਦ ਲਿਖਿਆ ਕਰੋ। ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨਾ ਸਿੱਧ।
ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ। ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ। ਅਘਨ ਕਟਹਿ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ। ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾਹ ਦੇਖਿਓ ਨਾਹ ਕੀਓ। ਤੇ ਅਕਿਆਥ ਸੰਸਾਰ ਮੈਂ। ਜਿਨ ਗੁਰੂ ਨਾਹ ਦੇਖਿਓ ਨਾਹ ਕੀਓ। ਤੇ ਅਕਿਆਥ ਸੰਸਾਰ ਮੈਂ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਨਿਮਾਣਿਆਂ ਦੇ ਮਾਣ ਸਤਿਗੁਰੂ। ਨਿਤਾਣਿਆਂ ਦੇ ਦਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰਿਓ ਵਡਭਾਗੇ ਹੋ। ਸਤਿਗੁਰਾਂ ਦੀ ਰਹਿਮਤ ਦੇ ਪਾਤਰ ਹੋ। 8ਵੇਂ ਨਾਨਕ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਪਾਵਨ ਅਸਥਾਨ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ। ਜਿਸ ਲੜੀ ਦੇ ਤਹਿਤ ਅੱਜ ਦਾ ਜੋ ਮੁਬਾਰਕ ਸ਼ਬਦ ਵਿਚਾਰ ਅਧੀਨ ਹੈ, ਆਪ ਜੀ ਨੇ ਪਾਵਨ ਸ਼ਬਦ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਤਿਨਾਂ ਪਾਸੋਂ ਸਰਵਣ ਕੀਤਾ ਹੈ। ਆਓ ਭਾਗਾਂ ਵਾਲਿਓ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਬਚਨ, ਜੋ ਕਿ ਗੌੜੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 162 ਉੱਤੇ ਸੁਭਾਇਮਾਨ ਹੈ। ਤੀਸਰੇ ਨਾਨਕ ਨਿਮਰਤਾ ਦੇ ਪੁੰਜ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਅੰਦਰ ਸਾਡੇ ਤੇ ਕੀ ਰਹਿਮਤਾਂ ਬਖਸ਼ਿਸ਼ਾਂ ਪਰਉਪਕਾਰ ਕਰ ਰਹੇ ਨੇ। ਪਾਵਨ ਬਚਨ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਕ ਆਰੰਭਤਾ ਤੋਂ ਪਹਿਲਾਂ ਜਿੰਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਹਾਜ਼ਰ ਹੈ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਮੁਬਾਰਕ ਪਾਵਨ ਬਾਣੀ ਤੋਂ ਲਾਹਾ ਪ੍ਰਾਪਤ ਕਰ ਰਹੇ ਹਨ, ਸਮੂਹ ਸੰਗਤ ਮਨੋਬਿਰਤੀਆਂ ਨੂੰ ਇਕਾਗਰ ਕਰੋ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਤਿਗੁਰੂ ਆਪ ਕਿਰਪਾ ਕਰਨ, ਆਪ ਹੀ ਗੁਰ ਸ਼ਬਦ ਵਿਚਾਰ ਦੀ ਸੇਵਾ ਲੈ ਲੈਣ। ਸਮੂਹ ਸੰਗਤ ਪਰਵਾਨੋ ਫਤਿਹ। ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਵਚਨ ਦੇ ਅੰਦਰ ਸਾਡੇ ਤੇ ਇਹ ਰਹਿਮਤ ਤੇ ਬਖਸ਼ਿਸ਼ ਕੀਤੀ ਹੈ ਕਿ ਜਦੋਂ ਕਰਮਾਂ ਦੀ ਤਬਦੀਲੀ ਹੋ ਜਾਏ, ਗੁਰੂ ਨਾਲ ਮੇਲ ਹੋ ਜਾਏ, ਤੇ ਫਿਰ ਮਨੁੱਖ ਆਪਣੇ ਜੀਵਨ ਦੇ ਲਾਹੇ ਨੂੰ ਸਮਝ ਲੈਂਦਾ ਹੈ। ਇਹਦੀ ਉਸ ਮਾਲਕ ਵਾਹਿਗੁਰੂ ਦੇ ਨਾਮ ਨਾਲ ਸਾਂਝ ਪੈ ਜਾਂਦੀ ਹੈ, ਵਿਕਾਰਾਂ ਤੋਂ ਦੂਰੀ ਬਣ ਜਾਂਦੀ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋ ਕੇ ਆਪਣੇ ਜੀਵਨ ਦੀ ਬਾਜੀ ਜਿੱਤ ਜਾਂਦਾ ਹੈ। ਤੇ ਜਿਹੜਾ ਧਰਮ ਦੀਆਂ ਰਸਮਾਂ ਤੱਕ ਕਰੀ ਜਾਏ, ਧਰਮ ਦੇ ਕਰਮ ਤੇ ਨਿਭਾਈ ਜਾਏ, ਪਰ ਜੇ ਉਹਦੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ, ਉਹਦੇ ਕਰਮਾਂ ਵਿੱਚ ਕੋਈ ਤਬਦੀਲੀ ਨਹੀਂ, ਹਿਰਦੇ ਵਿੱਚ ਮਾਲਕ ਵਾਹਿਗੁਰੂ ਦਾ ਨਾਮ ਨਹੀਂ ਵਸਿਆ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਉਹਦੇ ਕੀਤੇ ਹੋਏ ਸਾਰੇ ਕਰਮ ਹੀ ਨਿਫਲ ਹੋ ਜਾਂਦੇ ਨੇ। ਔਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤ ਕਰਕੇ ਸਮਝਾਇਆ, ਇਸ ਕਰਕੇ ਪਿਆਰਿਆ, ਸੰਸਾਰ ਦੇ ਮਾਇਆ ਮੋਹ ਤੋਂ ਬਚ, ਗੁਰੂ ਸ਼ਬਦ ਦੇ ਨਾਲ ਜੁੜ ਕੇ ਗੁਰੂ ਦੇ ਰਾਹੀਂ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ। ਇਸ ਕਰਕੇ ਤੇਰਾ ਜੀਵਨ ਸਫਲਾ ਹੋਵੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਹਨ, ਜੋ ਪਾਵਨ ਬਚਨ ਦਾ ਸਿਰਲੇਖ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਮੁੱਖ ਰਾਗ ਹੈ। ਜਿਸ ਵੇਲੇ ਅਸੀਂ ਪਾਵਨ ਬਾਣੀ ਦਾ ਪਾਠ ਕਰੀਏ ਨਾ, ਤੇ ਪਾਵਨ ਬਾਣੀ ਵਿੱਚ ਮੁੱਖ ਰਾਗ ਵੀ ਨੇ ਤੇ ਉਪ ਰਾਗ ਆਏ ਨੇ। ਜਿਵੇਂ ਗੌੜੀ ਰਾਗ ਅੰਦਰ ਹੀ ਗੌੜੀ ਪੂਰਬੀ, ਗੌੜੀ ਬੈਰਾਗਣ, ਤੇ ਇਸੇ ਤਰ੍ਹਾਂ ਗੌੜੀ ਗੁਆਰੇਰੀ। ਗੁਆਰੇਰੀ ਗੌੜੀ ਰਾਗ ਦੀ ਕਿਸਮ ਇੱਕ ਉਪ ਰਾਗ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਚਨ ਹੈ। ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤਾ, ਸਤਿਗੁਰ ਮਿਲੈ ਵੱਡ ਭਾਗ ਸੰਜੋਗ। ਸ਼ਬਦ ਹੈ ਸਤਿਗੁਰ। ਸਤ ਦਾ ਅਰਥ ਹੁੰਦਾ ਹੈ ਸੱਚ, ਸੱਤੇ ਤੋਂ ਇਹ ਸ਼ਬਦ ਬਣਿਆ ਹੈ। ਭਾਵ ਜਦੋਂ ਸੱਚੇ ਗੁਰੂ ਨਾਲ ਮੇਲ ਹੋ ਜਾਏ। ਪਾਵਨ ਬਾਣੀ ਦੇ ਅੰਦਰ ਗੁਰੂ ਨੂੰ ਸਤਿਗੁਰੂ ਮਹਾਰਾਜ ਜੀ ਨੇ ਕਈ ਸ਼ਬਦਾਂ ਦੇ ਨਾਲ ਸੰਬੋਧਨ ਵੀ ਕੀਤਾ ਹੈ। ਜਿਵੇਂ ਗੁਰੂ ਸ਼ਬਦ ਨੂੰ ਆਪਾਂ ਪੜ੍ਹੀਏ ਤੇ ਗੁਰੂ ਲਈ ਸ਼ਬਦ ਸਾਧ ਵੀ ਆਇਆ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸਾਧੂ ਸਤਿਗੁਰ ਜੀ ਮਿਲੈ ਤਾਂ ਪਾਈਐ ਗੁਣੀ ਨਿਧਾਨ। ਇਸੇ ਤਰ੍ਹਾਂ ਗੁਰੂ ਸ਼ਬਦ ਸੰਤ ਨਾਲ ਵੀ ਮੁਖਾਤਬ ਹੋਏ ਹੈ। ਗੁਰੂ ਨੂੰ ਸੰਤ ਵੀ ਪਾਵਨ ਬਾਣੀ ਚ ਆਖਿਆ ਗਿਆ, ਸਤਿਗੁਰ ਸੰਤ ਮਿਲੈ ਸ਼ਾਂਤ ਪਾਈਐ। ਜਾਂ ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਔਰ ਜਿਸ ਵੇਲੇ ਅਸੀਂ ਇਤਿਹਾਸ ਪੜ੍ਹੀਏ ਨਾ, ਤੇ ਜਿਸ ਵੇਲੇ ਭੱਟ ਸਾਹਿਬਾਨ ਆਏ, ਉਹ ਭੱਟ ਸਾਹਿਬਾਨ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੀ ਉਸਤਤ ਦੇ ਵਿੱਚ ਪਾਵਨ ਬਾਣੀ ਨੂੰ ਉਚਾਰਿਆ। ਔਰ ਧਿਆਨ ਰੱਖਣਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 4 ਸ਼ਹੀਦਾਂ ਦੀ ਬਾਣੀ ਦਰਜ ਹੈ, ਭਾਗਾਂ ਵਾਲੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਆਖਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਸਤਿਗੁਰਾਂ ਨੇ ਸ਼ਹਾਦਤ ਦਾ ਜਾਮ ਪੀਤਾ। ਔਰ 59 ਸ਼ਬਦ ਤੇ 57 ਸ਼ਲੋਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਹਨ।
ਔਰ ਇਸੇ ਤਰ੍ਹਾਂ 11 ਭੱਟ ਇੱਕ ਪਰਿਵਾਰ ਦੇ ਵਿੱਚੋਂ ਇਹ ਭੱਟ ਸਨ ਤੇ ਇਹਨਾਂ ਵਿੱਚੋਂ 2 ਭੱਟ ਸਾਹਿਬਾਨ ਐਸੇ ਹਨ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਇੱਕ ਹਨ ਭੱਟ ਕੀਰਤ ਜੀ ਤੇ ਦੂਸਰੇ ਹਨ ਭੱਟ ਮਥੁਰਾ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਜੰਗਾਂ ਵਿੱਚ ਸ਼ਹਾਦਤ ਦਾ ਜਾਮ ਪੀਤਾ। ਜਿੱਥੇ ਕਲਮ ਦੇ ਧਣੀ ਸਨ, ਜਿੱਥੇ ਗੁਰੂ ਦੀ ਉਸਤਤ ਵਿੱਚ ਇਹਨਾਂ ਨੇ ਸਵਈਏ ਉਚਾਰੇ, ਉਤੇ ਪਿਆਰਿਓ ਇਹ ਯੋਧੇ ਵੀ ਸਨ, ਇਹ ਤੇਗ ਦੇ ਧਣੀ ਸਨ। ਤੇ ਜਿਸ ਵੇਲੇ ਭੱਟ ਸਾਹਿਬਾਨ ਨੇ ਆ ਕੇ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਇੱਕ ਬਚਨ ਉਚਾਰਿਆ ਜਿਹਦੇ ਵਿੱਚ ਉਹਨਾਂ ਨੇ ਸੰਤ ਸ਼ਬਦ ਵਰਤਿਆ ਹੈ। ਆਪਾਂ ਉਹ ਬਚਨ ਪੜ੍ਹਦੇ ਹਾਂ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਕਿ ਹੇ ਗੁਰੂ ਅਰਜਨ ਸਾਹਿਬ ਮਹਾਰਾਜ, ਅਸੀਂ ਸੰਤਾਂ ਨੂੰ ਟੋਲਦੇ ਹੋਏ, ਗੁਰਮੁਖ ਜਨਾਂ ਨੂੰ ਟੋਲਦੇ ਹੋਏ ਬੜੇ ਚਿਰ ਤੋਂ ਤੁਰ ਫਿਰ ਰਹੇ ਹਾਂ। ਔਰ ਕਿੰਨੇ ਸਮੇਂ ਤੋਂ? ਨਾਲ ਉਹਨਾਂ ਇਹ ਵੀ ਜ਼ਿਕਰ ਕਰ ਦਿੱਤਾ, ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਆ ਮੁਖੋਂ ਇਹ ਪੰਡਤ ਮਿੱਠੇ। ਜ਼ੁਬਾਨ ਤੋਂ ਮਿੱਠਾ ਬੋਲਣ ਵਾਲੇ, ਆਪਣੇ ਆਪ ਨੂੰ ਸੰਨਿਆਸੀ ਤੇ ਤਪਸੀ ਅਖਵਾਉਣ ਵਾਲੇ। ਕਹਿੰਦੇ ਬਰਸ ਏਕ ਹਉ ਫਿਰਿਓ, ਕਿਨੈ ਨਹ ਪਰਚੌ ਲਾਇਓ। ਕਹਿੰਦੇ 1 ਸਾਲ ਲਗਾਤਾਰ ਅਸੀਂ ਘੁੰਮਦੇ ਫਿਰਦੇ ਰਹੇ, ਕੋਈ ਸੰਨਿਆਸੀ ਕੋਈ ਤਪਸੀ ਮਿਲ ਜਾਏ, ਜਦੋਂ ਉਹਨਾਂ ਕੋਲੇ ਰੁਕ ਜਾਣਾ, ਉਹਨਾਂ ਕੋਲੇ ਬੈਠ ਜਾਣਾ ਤੇ ਫਿਰ ਮਨ ਰੀਝਦਾ ਨਹੀਂ ਜਦੋਂ ਉਹਨਾਂ ਦਾ ਜੀਵਨ ਵੇਖਦੇ ਸਾਂ। ਕਹਿਣ ਲੱਗੇ ਬਰਸ ਏਕ ਹਉ ਫਿਰਿਓ, ਕਿਨੈ ਨ ਪਰਚੋ ਲਾਇਓ, ਕਹਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਏ। ਉਪਦੇਸ਼ ਦੂਜਿਆਂ ਨੂੰ ਕਰਦੇ ਸਨ, ਉਹਨਾਂ ਬਾਰੇ ਦੁਨੀਆ ਵੀ ਕਹਿੰਦੀ ਬੜੇ ਤਪਸੀ, ਪਰ ਜਦੋਂ ਉਹਨਾਂ ਦੇ ਲਾਗੇ ਹੋ ਕੇ ਵੇਖਿਆ ਤੇ ਉਹਨਾਂ ਦੇ ਜੀਵਨ ਨੂੰ ਵੇਖ ਕੇ ਖੁਸ਼ੀ ਆਈ ਨਹੀਂ। ਰਹਿਤ ਕੋ ਖੁਸ਼ੀ ਨਾ ਆਇਓ। ਇਸ ਕਰਕੇ ਸੰਤ ਸ਼ਬਦ ਭੱਟ ਸਾਹਿਬਾਨ ਨੇ ਗੁਰੂ ਲਈ ਵੀ ਵਰਤਿਆ ਪਿਆਰਿਓ। ਔਰ ਧਿਆਨ ਰੱਖਣਾ, ਇਸੇ ਤਰ੍ਹਾਂ ਪਾਵਨ ਬਾਣੀ ਵਿੱਚ ਇੱਕ ਸ਼ਬਦ ਹੋਰ ਸਾਨੂੰ ਮਿਲੇਗਾ, ਉਹ ਹੈ ਜੀ, ਗੁਰੂ ਸਾਹਿਬ ਨੇ ਥਾਂ ਪਰ ਥਾਂ ਸ਼ਬਦ ਵਰਤਿਆ ਪੂਰਾ ਗੁਰੂ। ਆਪਾਂ ਬਚਨ ਪੜ੍ਹਦੇ ਹਾਂ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਤੀਨੋ ਜਨਮ ਜਨਮ ਕੀ ਮੈਲ ਗਈ। ਗੁਰ ਪੂਰਾ ਜਿਨ ਸਿਮਰਿਆ ਸੀ ਭਏ ਨਿਹਾਲ, ਜਾਂ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖ। ਧਿਆਨ ਦੇਣਾ, ਜਿਸ ਵੇਲੇ ਅਸੀਂ ਇਹ ਬਚਨ ਪੜ੍ਹੀਏ, ਪੂਰਾ ਗੁਰੂ, ਗੁਰੂ ਸੰਤ, ਗੁਰੂ ਸਾਧ, ਗੁਰੂ ਸੰਤ, ਤੇ ਜਦੋਂ ਮਹਾਰਾਜ ਇਹ ਪੂਰੇ ਗੁਰੂ ਦੀ ਗੱਲ ਕਰਨ ਤੇ ਫਿਰ ਇੱਕ ਗੱਲ ਤਾਂ ਪੈਦਾ ਹੋਏਗੀ ਨਾ ਵੀ ਪੂਰਾ ਗੁਰੂ, ਪੂਰਾ ਗੁਰੂ, ਤੇ ਇਹਦਾ ਮਤਲਬ ਕੋਈ ਅਧੂਰਾ ਵੀ ਹੁੰਦਾ ਹੈ। ਔਰ ਹਾਂ, ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਬੜਾ ਪਿਆਰਾ ਕੀਤਾ। ਮਹਾਰਾਜ ਕਹਿਣ ਲੱਗੇ, ਕੀਤੇ ਗੁਰ ਚੇਲੇ ਫੁਨ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕਹਿਣ ਲੱਗੇ ਕੋਈ ਕੱਚੇ ਵੀ ਹੁੰਦੇ ਨੇ। ਜਦੋਂ ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਕੱਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੱਕਿਆ। ਕੱਚਿਆਂ ਨਾਲੋਂ ਤੋੜ ਕੇ ਸੱਚੇ ਗੁਰੂ ਨੂੰ ਲੱਭ ਲੈ, ਸੱਚੇ ਗੁਰੂ ਨਾਲ ਜੁੜ ਜਾ। ਕਿਉਂਕਿ ਅੱਜ ਮਹਾਰਾਜ ਨੇ ਬਚਨ ਕੀਤਾ, 7 ਗੁਰ ਮਿਲੈ। ਜੇ ਸੱਚਾ ਗੁਰੂ ਮਿਲ ਜਾਏ ਤੇ ਸੱਚੇ ਗੁਰੂ ਦੀ ਪਹਿਚਾਨ ਬੜੀ ਪਿਆਰੀ ਮਹਾਰਾਜ ਨੇ ਪਾਵਨ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰਕੇ ਦੱਸੀ ਹੈ। ਸੁਖਮਨੀ ਸਾਹਿਬ ਅੰਦਰ ਆਪਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਪੜ੍ਹੀਏ ਤੇ ਮਹਾਰਾਜ ਕਹਿੰਦੇ, 7 ਪੁਰਖ ਜਿਨ ਜਾਣਿਆ। ਇਹ ਪਹਿਚਾਨ ਹੈ ਸੱਚੇ ਗੁਰੂ ਦੀ, ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੋਵੇ, ਇੱਕ ਮਿਕ ਹੋਵੇ। 7 ਪੁਰਖ ਜਿਨ ਜਾਣਿਆ, 7 ਗੁਰ ਤਿਸ ਕਾ ਨਾਮ। ਉਹ ਹੈ ਸੱਚਾ ਸਤਿਗੁਰੂ। ਤੇ ਜੇ ਉਸ ਸੱਚੇ ਦੇ ਨਾਲ ਜੁੜ ਜਾਏਗਾ ਤੇ ਮਹਾਰਾਜ ਕਹਿ ਲਗੇ ਗੁਣ ਗਾਏਗਾ ਤੇ ਤੇਰਾ ਜੀਵਨ ਸਫਲਾ ਹੋ ਜਾਏਗਾ। 7 ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ।
महाराज कहने लगे सच्चा गुरु जदों मिल जाए वड भाग संजोग, उदों भाग वड्डे बन जाते हैं। एक बेनती मैं होर करा प्यारिओ, कुछ शब्द ऐसे ने जिन्हां विच असी अपने उद्यम नूं मनफी कर दिता है, अपने आर ते जतनां नूं मनफी कर दिता है, ते हर गल गुरु ते लिया के टका लई है। एक शब्द है जी किरपा, एक शब्द है बख्शिश, ते इवें वडभाग। जे आख लो ना कि प्यारिओ गुरु वाले बन जाओ, खंडे बाटे दी पौल लै लो, ते फिर कहणगे जी जदों मालिक दी किरपा होवेगी। ध्यान देना, गुरु दी बख्शिश होएगी। जे मालिक भाग जगा देगा, जां इंज एक शब्द और वरत लेने आ, काको अमृत वेले उठना चाहिए, बाणी पढ़नी चाहिए है, गुरु दे मुतलक साडे घर दे विच कार विहार होने चाहिए ने, ते फिर आखदे की करिए जी कलयुग है। ये कुछ शब्द ऐसे बना ले, अपने जीवन तो अपने उद्यम नूं अपने कर्मां नूं तब्दीली नहीं, बस गुरु ते छड़ दिता। गुरु तू किरपा करेगा, गुरु तू रहमत करेगा, गुरु तेरी बख्शिश होएगी। नहीं प्यारिओ, ये कदी नहीं हुंदा भी कोई बच्चा किसी स्कूल च पढ़े भी ना ते उस बच्चे नूं स्कूल दा अध्यापक आके आखे भी जी ये बच्चा बड़ा सियाणा है। ध्यान देना, एक शब्द है जिन्हों असीं कहने ग्रेस, बई बड़ा उन्होंने ਵਧਾਈ ਦਿੱਤੀ गई, उन्होंने आख्या गया तू बहुत चंगा आ। ਉਹਦਾ ਆਚਰਨ ਵੇਖ के उस बच्चे ਦੀ घर ਵਿੱਚ ਸਕੂਲ ਵਿੱਚ ਰਹਿਣੀ ਬਹਿਣੀ ਵੇਖ ਕੇ ਉਹਦੀ ਪਰ ਸਕੂਲ ਦੇ ਡਿਸਪਲਿਨ ਨੂੰ ਵੇਖ ਕੇ ਤੇ ਉਹਨੂੰ ਗ੍ਰੇਸ ਮਾਰਕਸ ਦਿੱਤੇ ਜਾਂਦੇ। ਹੁਣ ਬਖਸ਼ਿਸ਼ ਕਦੋਂ ਹੋਈ, ਕਦੋਂ ਅਧਿਆਪਕ ਨੂੰ ਚੰਗਾ ਲੱਗਾ? ਜਦੋਂ ਐਡਮਿਸ਼ਨ ਨਹੀਂ ਸੀ ਕਰਾਇਆ, ਜਦੋਂ ਘਰੇ ਬੈਠਾ ਸੀ। ਜਦੋਂ ਬੱਚੇ ਨੇ ਐਡਮਿਸ਼ਨ ਕਰਾਇਆ, ਸਕੂਲ ਚ ਆਇਆ, ਪੜ੍ਹਾਈ ਕੀਤੀ ਤੇ ਸਕੂਲ ਦੇ ਮੈਨਰਸ ਜਿਹੜੇ ਟੀਚਰ ਸਾਹਿਬਾਨ ਨੇ ਸਿਖਾਏ, ਜਦੋਂ ਜੀਵਨ ਚ ਆਏ ਫਿਰ ਆਖਿਆ ਗਿਆ ਜੀ ਇਹ ਬੱਚਾ ਬਹੁਤ ਵਧੀਆ ਹੈ। ਇਸੇ ਤਰ੍ਹਾਂ ਧਿਆਨ ਰੱਖਣਾ, ਪਾਵਨ ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਕਰਮਾਂ ਦੇ ਆਧਾਰ ਤੇ ਫੈਸਲੇ ਕੀਤੇ ਨੇ। ਇਹ ਮਤ ਸਮਝ ਲੈਣਾ ਸੰਸਾਰਿਕ ਵਕੀਲ ਜੱਜ ਜਾਂ ਸੰਸਾਰਿਕ ਕੋਈ ਗੁਰੂ, ਮੈਂ ਇੰਜ ਵੀ ਕਿਹਾ ਕਰਦਾ, ਉਹ ਤੇ ਪੈਸਿਆਂ ਤੇ ਰੀਝ ਜਾਂਦਾ ਹੈ। पर मैं क्या करदा, याद रखना सच्चे गुरु दी ये भी निशानी है, सच्चा गुरु कदी नहीं वेखदा भी ये लैके की आया। महाराज जी का एक बड़ा प्यारा बचन है, हर बिन भरम भुलाने अंधा, जापै जाओ आप छुटकावन ते मोह माया नित फंदा। महाराज कह लगे ध्यान रखी, जे मालिक वाहिगुरु दे बचन तो बाणी तो टुटिया ते तू भरमा च पैना है, तेनू सच्चे दे कच्चे दी पछाण नहीं होनी। क्योंकि जिहड़ा अंधा शब्द है गुरमत ने केवल ओनू ही अन्ना नहीं आख्या, हालांकि उन्होंने गुरमत विच शब्द वरतिया सूरमा। गुरमत ने ओनू अन्ना नहीं आख्या जिहदी अखां दी जोत नहीं। गुरमत ने प्यारिओ ओनू भी अन्ना आख्या है जिहड़ा गुरु मालिक दी बाणी तो वांझा है। आपां बचन पढ़दे आ, लोए न लोई डिठ मैं प्यास न बूझै मूंह घणी, नानक से अखड़ियां बयान जिनी डिसंदो मां पिरी। जां आपां महाराज जी दा बचन पढ़दे हां जिहदे विच महाराज ने गल कीती कि अंधे ए ना आखियां जिन मुख लोयण नाहे, अंधे से ही नानका जे खसमों कुत्थे जाए। ਉਹ ਵੀ ਅੰਨੇ ਹਨ ਜਿਨ੍ਹਾਂ ਕੋਲੇ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਨਹੀਂ, ਆਤਮਿਕ ਗਿਆਨ ਤੋਂ ਸਖਣੇ ਹਨ। ਤੇ ਗੁਰੂ ਦੀ ਮੱਤ ਤੋਂ ਸਖਣਾ ਬੰਦਾ ਕੱਚੇ ਕੋਲੇ ਚਲਿਆ ਜਾਂਦਾ। ਮਹਾਰਾਜ ਨੇ ਕਿਹਾ, ਕਹਿੰਦੇ ਐਸਾ ਨਾ ਹੋਵੇ ਜਿਹਦੇ ਕੋਲੇ ਜਾ ਕੇ ਤੂੰ ਬੇਨਤੀ ਕਰੇ ਮਹਾਰਾਜ ਮੈਨੂੰ ਮਾਇਆ ਤੋਂ ਕੱਢ ਲਓ, ਸਾਨੂੰ ਜਿਹੜਾ ਹੈ ਜੀ ਸੁੱਖ ਦੇ ਦਿਓ, ਅਸੀਂ ਦੁਨੀਆ ਦੇ ਮੋਹ 'ਚ ਫਸੇ ਆਂ, ਬਚਾ ਲਓ। पर जो महाराज कह लगे जे उन्हां कोले जाएगा तो वेखी किते ना होवे वो दुगना फसिया होवे। और सच्चा प्यारिओ, सच्चा गुरु नहीं वेखदा तू की लैके आया, तेरे हाथ विच की है। सच्चा गुरु वेखदा तेरे अंदर भावना किन्नी है। नहीं तो संसारिक गुरु
ਵੱਖਰੇ ਕਮਰੇ ਬਣੇ। ਜੇ ਤੇ ਕੋਈ ਡੇਰੇ ਤੇ ਆਇਆ, ਹੱਥ 'ਚ ਫਲਾਂ ਦੀ ਟੋਕਰੀ, ਵੱਡਾ ਚੈੱਕ ਹੈ, ਵੱਡੀ ਗੱਡੀ ਤੇ ਆਇਆ, ਮੈਨੂੰ ਖਿਮਾ ਕਰਨਾ, ਫਿਰ ਭਾਵੇਂ ਗੁਰੂ ਦੀ ਰਹਿਤ ਹੋਵੇ ਕਿ ਨਾ ਹੋਵੇ, ਭਾਵੇਂ ਗੁਰੂ ਦੀ ਮੂਰਤ ਵੀ ਨਾ ਹੋਵੇ, ਆਖਦੇ ਜੀ ਸਾਡੇ ਸੇਵਕ ਆ ਗਏ, ਇਹਨਾਂ ਨੂੰ ਵੱਖਰੇ ਕਮਰੇ 'ਚ ਬਿਠਾਓ, ਇਹਨਾਂ ਨੂੰ ਦੁੱਧ ਬਦਾਮ ਛਕਾਓ, ਇਹਨਾਂ ਨੂੰ VIP ਟ੍ਰੀਟਮੈਂਟ ਦਿਓ। ਤੇ ਜੇ ਕੋਈ ਮੇਰੇ ਵਰਗਾ ਚਲਿਆ ਜਾਏ ਜਿਹਦੇ ਖੀਸੇ ਵਿੱਚ ਕੁਝ ਨਹੀਂ, ਉਹਨੂੰ ਤੇ ਲਾਗੇ ਵੀ ਨਹੀਂ ਲੱਗਣ ਦੇਣਾ। ਸੱਚਾ ਗੁਰੂ ਤੇ ਕੱਚੇ ਗੁਰੂ ਦੀ ਪਹਿਚਾਣ ਬੜੀ ਪਿਆਰੀ ਹੈ ਪਿਆਰਿਓ, ਧਿਆਨ ਰੱਖਣਾ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਗੁਰੂ, ਜਿਸ ਵੇਲੇ ਆਪਾਂ ਆਗਰੇ ਦੀ ਧਰਤੀ ਦੀ ਉਹ ਸਾਖੀ ਪੜ੍ਹਦੇ ਹਾਂ, ਪਹਿਲਾਂ ਇੱਕ ਸਿੱਖ ਕਾਹੀ ਘਾਹ ਦੀ ਪੰਡ ਤੇ ਟਕਾ ਲੈ ਕੇ ਜਹਾਂਗੀਰ ਦੇ ਤੰਬੂ 'ਚ ਗਿਆ। ਤੇ ਜਦੋਂ ਉਹਨੇ ਜਾ ਕੇ ਇਹ ਆਖਿਆ, ਕਿਉਂਕਿ ਉਹਨੇ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਸੀ ਕੀਤੇ, ਤੇ ਉਹਨੇ ਜਾ ਕੇ ਆਖਿਆ ਕਿਰਪਾ ਕਰੋ, ਨਾਮ ਦੀ ਦਾਤ ਦੇ ਦਿਓ, ਮੇਰਾ ਆਵਾਗਮਨ ਦਾ ਚੱਕਰ ਮਿਟਾ ਦਿਓ। ਤੇ ਜਹਾਂਗੀਰ ਹੈਰਾਨ ਹੋ ਗਿਆ, ਸਮਝ ਗਿਆ ਬਈ ਜਿਹੜੀਆਂ ਆ ਅਧਿਆਤਮਕ ਮੰਗਾਂ ਕਰ ਰਿਹਾ ਹੈ ਨਾ, ਸ਼ਾਇਦ ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਕੋਲੇ ਜਾਣਾ ਚਾਹੁੰਦਾ। ਉਹ ਰੱਖ ਦਿੱਤਾ, ਤੂੰ ਗਲਤ ਆਇਆ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਤੰਬੂ ਨਾਲ ਵਾਲਾ ਆ, ਤੇ ਉਹ ਸਿੱਖ ਨੇ ਘਾਹ ਦੀ ਪੰਡ ਚੁੱਕ ਲਈ, ਆਪਣਾ ਟਕਾ ਵੀ ਚੁੱਕ ਲਿਆ। ਕਿੰਨਾ ਪਿਆਰ ਤੇ ਕਿੰਨਾ ਅੰਦਰ ਭਾਵਨਾ ਹੈ ਕਿ ਜਿਹੜੀ ਚੀਜ਼ ਮੈਂ ਆਪਣੇ ਗੁਰੂ ਲਈ ਰੱਖੀ ਹੈ, ਉਹ ਮੈਂ ਆਪਣੇ ਗੁਰੂ ਨੂੰ ਹੀ ਦੇਣੀ ਹੈ, ਭਾਵੇਂ ਹੋਵੇ ਕੋਈ ਦੁਨਿਆਵੀ ਰਾਜਾ। ਉਸੇ ਵੇਲੇ ਘਾਹ ਦੀ ਪੰਡ ਚੁੱਕੀ, ਟਕਾ ਚੁੱਕਿਆ, ਤੇ ਜਾ ਕੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰੱਖੀ ਸੀ ਪਿਆਰੇ। ਤੇ ਸਤਿਗੁਰੂ ਮਹਾਰਾਜ ਨੇ ਨਹੀਂ ਵੇਖਿਆ ਵੀ ਇਹ ਤੇ ਇੱਕ ਟਕਾ ਲੈ ਕੇ ਆਇਆ, ਇਹ ਘਾਹ ਦੀ ਪੰਡ ਲੈ ਕੇ ਆਇਆ, ਨਹੀਂ। ਗੁਰੂ ਨੇ ਭਾਵਨਾ ਵੇਖੀ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹੀਏ ਨਾ ਪਿਆਰਿਓ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਨੇ। ਸਤਿਗੁਰੂ ਮਹਾਰਾਜ ਜੀ ਦੇ ਕੋਲੇ ਇੱਕ ਵਾਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਮੁਦਾਰ ਸ਼ਾਹ ਨਾਂ ਦਾ ਫਕੀਰ ਆਇਆ। ਤੇ ਜਦੋਂ ਆਇਆ, ਉਹਨੇ ਵੇਖਿਆ ਕਲਗੀਧਰ ਪਾਤਸ਼ਾਹ ਤੇ ਦਰਸ਼ਨ ਕਰਨ ਵਾਸਤੇ ਬੜੀਆਂ ਲੈਣਾ ਲੱਗੀਆਂ। ਹਰ ਸਿੱਖ ਆਪਣੀ ਭਾਵਨਾ ਦੇ ਨਾਲ ਕੋਈ ਕੀਮਤੀ ਦੁਸ਼ਾਲੇ, ਕੋਈ ਸ਼ਸਤਰ, ਕੋਈ ਘੋੜੇ, ਕੋਈ ਮਾਇਆ ਸਤਿਗੁਰਾਂ ਦੇ ਚਰਨਾਂ ਚਰਪਨ ਕਰ ਰਿਹਾ। ਤੇ ਖੜਿਆਂ ਖੜਿਆਂ ਉਹਦੇ ਮਨ 'ਚ ਸਵਾਲ ਆ ਗਿਆ। ਮੈਂ ਗੱਲ ਕਰ ਰਿਹਾ ਸੱਚੇ ਗੁਰੂ ਦੀ, ਧਿਆਨ ਦੇਣਾ। ਉਹਦੇ ਮਨ 'ਚ ਇਹ ਗੱਲ ਪੈਦਾ ਹੋ ਗਈ ਵੀ ਸ਼ਾਇਦ ਜੇ ਇਸ ਗੁਰੂ ਦੇ ਦਰਸ਼ਨ ਕਰਨੇ ਹੋਣ ਤੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਹੁਣ ਜਦੋਂ ਉਹਨੇ ਹੱਥ ਮਾਰਿਆ, ਖੀਸੇ ਵਿੱਚ ਕੁਛ ਨਹੀਂ ਸੀ। ਗਿਆ ਇੱਕ ਬਾਗ ਦੇ ਵਿੱਚ, ਜਾ ਕੇ ਤੇ ਇੱਕ ਫੁੱਲ ਤੋੜ ਕੇ ਲੈ ਆਇਆ। ਫੁੱਲ ਤੋੜ ਕੇ ਲਿਆਇਆ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਰੱਖ ਦਿੱਤਾ। ਮਹਾਰਾਜ ਪੁੱਛਣ ਲੱਗੇ, ਭਾਈ ਕੌਣ ਹੈ? ਕਹਿੰਦਾ ਜੀ ਮੇਰਾ ਨਾਂ ਹੈ ਮੁਦਾਰ ਸ਼ਾਹ, ਤੇ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਮੈਂ ਸੁਣਿਆ ਕਿ ਅੱਲਾ ਦਾ ਨੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਵਿੱਚ ਹੈ, ਤੁਸੀਂ ਰੂਪ ਹੋ। ਤੇ ਮਹਾਰਾਜ ਕਹਿਣ ਲੱਗੇ, ਠੀਕ ਹੈ ਤੂੰ ਆਇਆ, ਤੇ ਤੂੰ ਆ ਫੁੱਲ ਤੋੜ ਕੇ ਕਿਉਂ ਲਿਆਇਆ? ਇਹਦਾ ਮਤਲਬ ਗੁਰੂ ਸਾਹਿਬ ਵਾਤਾਵਰਨ ਨਾਲ ਪਿਆਰ ਕਰਦੇ ਸਨ, ਸਾਨੂੰ ਇਹ ਵੀ ਸਿੱਧ ਲੈਣ ਦੀ ਲੋੜ ਹੈ। ਮਹਾਰਾਜ ਕਹਿਣ ਲੱਗੇ, ਆ ਫੁੱਲ ਕਿਉਂ ਤੋੜ ਕੇ ਲਿਆਇਆ? ਇਹ ਫੁੱਲ ਦੀ ਉਮਰ ਬੜੀ ਥੋੜ ਚਿਰੀ ਰਹਿ ਗਈ, ਸ਼ਾਇਦ ਬਗੀਚੀ ਵਿੱਚ ਲੱਗਾ ਰਹਿੰਦਾ, ਉਸ ਬੂਟੇ ਦੇ ਨਾਲ ਲੱਗਾ ਰਹਿੰਦਾ, ਇਹਦੀ ਖੁਸ਼ਬੂ ਵੀ ਬਰਕਰਾਰ ਰਹਿੰਦੀ ਤੇ ਇਹਦਾ ਸਮਾਂ ਵੀ ਵੱਧ ਜਾਣਾ ਸੀ, ਹੁਣ ਇਹ ਸੁੱਕ ਗਿਆ। ਤੇ ਕਹਿਣ ਲੱਗਾ, ਮਹਾਰਾਜ ਅਸਲ ਵਿੱਚ ਗੱਲ ਇਹ ਹੈ ਕਿ ਮੈਂ ਸਵੇਰੇ ਆਇਆ ਤੇ ਦੇਖਿਆ ਸਿੱਖ ਆਉਂਦੇ ਨੇ, ਤੁਹਾਡੇ ਦਰਸ਼ਨ ਕਰਦੇ ਨੇ, ਕੋਈ ਮਾਇਆ ਲੈ ਕੇ ਆ ਰਿਹਾ, ਕੋਈ ਘੋੜੇ ਲੈ ਕੇ ਆ ਰਿਹਾ, ਕੋਈ ਸ਼ਸਤਰ ਲੈ ਕੇ ਆ ਰਿਹਾ। ਤੇ ਮੇਰੇ ਮਨ ਵਿੱਚ ਆਇਆ ਵੀ ਸ਼ਾਇਦ ਇਸ ਗੁਰੂ ਦੇ ਦਰਸ਼ਨ ਕਰਨੇ ਹੋਣ ਤੇ ਕੁਝ ਨਾ ਕੁਝ ਲੈ ਕੇ ਜਾਣਾ ਪੈਂਦਾ। ਇਸ ਕਰਕੇ ਮਹਾਰਾਜ ਮੇਰੇ ਕੋਲੇ ਕੋਈ ਦੁਨਿਆਵੀ ਚੀਜ਼ ਮਾਇਆ ਨਹੀਂ ਸੀ, ਮੈਂ ਫੁੱਲ ਤੋੜ ਕੇ ਲੈ ਆਇਆ। ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਗੱਲ ਕਹੀ, ਯਾਦ ਰੱਖਣਾ, ਅੱਜ ਦਾ ਦਿਨ ਸਾਡੇ ਲਈ ਇੱਕ ਯਾਦਾਸ਼ਤ ਬਣ ਜਾਏ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਸੀਂ ਬੈਠੇ ਹਾਂ ਤੇ ਇਹ ਗੱਲ ਸਾਡੇ ਹਿਰਦੇ ਵਿੱਚ ਘਰ ਕਰੇ। ਕਲਗੀਧਰ ਪਾਤਸ਼ਾਹ ਨੇ ਬੜੀ ਪਿਆਰੀ ਗੱਲ ਆਖੀ, ਕਹਿਣ ਲੱਗੇ, ਯਾਦ ਰੱਖੀ ਮੁਦਾਰ ਸ਼ਾਹ, ਇਸ ਦਰ ਤੇ ਜਦੋਂ ਵੀ ਆਉਣਾ
इत्थे दुनियावी माया दी कोई ऐसी गल नहीं है। इत्थे ते जे हथ भरे ने, दिल खाली है, ते गुरु नाल कदी सांझ नहीं पैंदी। ते जे हथ खाली होण, दिल विच गुरु प्रति प्यार है, ते गुरु नाल सांझ पै जांदी है। ना हस्त खाली रुसवे अस, खाली हाथ ने तू गुरु कोले आया है, गुरु कोले मत्था टेके है, तू कुछ नहीं दिता। वेखो ना प्यारिओ, आपां गुरु घर आउणे आ, इत्थे किसी की समर्था है, कोई 1 रुपया, कोई 10 रुपए, कोई 50 रुपए, जिन्नी मालिक ने उन्होंने समर्था बख्शी है। ते कई ऐसे भी जेड़े मत्था टेक के लंगर छक के चले जाते। महाराज कह लगे इत्थे नहीं है, ना हस्त खाली रुसवे अस्त, हाथ खाली ने मालिक कदी नहीं रुसदा, दिले खाली रुसवे अस्त। पर जे तेरा दिल खाली है ना, ते हाथ भरे ने, महाराज कह लगे कदी सांझ नहीं पैंदी। इस करके सच्चा गुरु प्यारिओ ओ है जिहड़ा अकाल पुरख वाहिगुरु नाल जुड़िया है। पूरा गुरु ओ है जिहड़ा विषय विकारां तो आजाद कर सकदा है, तेरे जीवन चो दुविधा कढ दे। और महाराज जी ने बचन कीता, जिस मिले मन होए आनंद, सो सतगुर कही है, मन की दुविधा बिनस जाए, हर परम पद लही है। इस करके महाराज कहन लगे ध्यान रख, सच्चे गुरु नाल मिलाप होए, वड भाग संजोग, जदों भागदार तां जदों कर्मां च तब्दीली होवे उदों वड्डा हो जांदा है, उदों दे जीवन जिहड़ा है सुचज्जा बन जांदा है, उदों इहदे उत्ते गुरु दीयां रहमतां हो जांदियां। पर वडभागी हन जिन्हां दा कर्मां च तब्दीली हो जाए ते फिर मिलाप है। ध्यान देना, मिलाप शरीर दा नहीं है। गुरु कर हाजरी जिथे तन दी है उथे मन दी भी है। ऐसा ना होवे तन करके आया, मन करके उडारी मारी बैठा है। धन गुरु नानक साहब महाराज सुल्तानपुर दी धरती ते मस्जिद दे विच महाराज जिस वेले ये सिक्ख्या दित्ती सी ना, वो यही सी कि ठीक है नवाब दौलत खान, तू उस अल्लाह नूं सजदा करन वास्ते बैठकां बड़ियां मारियां। हाँ, जदा तू नमाज पढ़दा सी तेरी जबान फड़फड़ा रही सी, तेरी लिप रीडिंग हो रही सी, तू बुल्लां तो पढ़दा पिया सी, पर की तू इत्थे सी? और सच जानना, मैं कई बारे भी क्या करदा, गुरु नानक साहब पातशाह नूं भावें नूर शाह जादूगरनी, भावां वली कंदारी, भावां सज्जन ठग, भावां शो सुहागन, प्यारिओ जिन्ने भी मिले ना, ये लोग भुले हुए बड़े सन पर ईमानदार बड़े सन। जिस वेले महाराज ने आख्या मौके दा नवाब है दौलत खान, सुल्तानपुर दी मस्जिद विच बहुत वड्डा कट होया है, गुरु नानक साहब पातशाह आखदे ना, हाँ नवाब दौलत खान तू बैठका मारियां, तेरी जुबान पढ़दी सी, पर जिस मन ने हाजरी लवाउणी सी वो ते काबल कंधार च घोड़े लै रहा सी। किते नहीं पढ़ोगे प्यारिओ। अगों दौलत खान ने आख्या होवे नहीं महाराज पुछ लो, मैं ते इत्थे ही सी, नहीं पढ़ोगे आओ। इसे तरह जदों सज्जन ठग नूं महाराज कहंदे होण, सज्जन काम सज्जना वाले कोई नहीं, कहे दे भांडे वांगू चमकदा आ पर अंदर कालक है, ते प्यारिओ नहीं पढ़ोगे। सज्जन ने कहा होवे नहीं महाराज मैं ते वेखो पुछ लो, जाके सरां खोली है, मैं तो लोगों की मदद करदा, रात नूं उन्हां नूं कमरा देना, नहीं पढ़ोगे प्यारे। यह है ईमानदारी। इसे तरह जदों गुरु शब्द गुरु बचन करे ते प्यारिओ फिर ओनू प्रवान कीता जाए, ओदे ते सवाल जवाब नहीं। आख दईए जी गुरमत विच श्राद्ध दा कोई मतलब नहीं, गुरमत दे विच मड़ियां मसाणा कबरां दा कोई मतलब नहीं। पर फिर नहीं जी साडी शरधा है, नहीं जी साडे सियाणे करदे आ, इहदा मतलब गुरु कोले ते आया तन करके ते बैठा, पर मन करके गुरु वाला बनन लई तैयार नहीं है। महाराज जी ने आख दिता याद रखी, जिथे तन दी हाजरी होवे उथे मन दी हाजरी लाएगा ते गुरु दर ते परवान होए। सतगुरु महाराज जी ने अज दे बचन ते समझाया। इस करके प्यारिया ये ना सोची जाए जदों भाग होणगे खंडे बाटे दी पौ लै लवांगा,
ਭਾਗ ਹੋਣਗੇ ਜੀ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ ਲਵਾਂਗਾ। ਨਹੀਂ, ਗੁਰੂ ਨੇ ਸਾਨੂੰ ਮਨੁੱਖ ਬਣਾਇਆ, ਪਸ਼ੂ ਨਹੀਂ ਬਣਾਇਆ ਪਿਆਰੇ। ਔਰ ਸਤਿਗੁਰੂ ਮਹਾਰਾਜ ਨੇ, ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਕੀਤਾ ਨਾ, ਪਸ਼ੂਆ ਮਨੁੱਖਾ ਦੇ ਅੰਤਰ ਅੰਤਰ ਇਹ ਹੈ, ਸ਼ਬਦ ਸੁਰਤ ਕੋ ਵਿਵੇਕ ਅਵਿਵੇਕ ਹੈ। ਤੂੰ ਇਸ ਕਰਕੇ ਬੰਦਾ ਨਹੀਂ ਹੈ ਕਿ ਤੇਰੇ ਕੋਲੇ 2 ਹੱਥ ਨੇ, 2 ਪੈਰ ਨੇ, 2 ਅੱਖਾਂ ਨੇ। ਪਿਆਰਿਆ, ਇਹ ਤੇ ਸੰਸਾਰ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਾਨਵਰਾਂ ਨੂੰ ਵੀ ਲਾਈਆਂ। ਤੇਰੇ ਕੋਲੇ 2 ਪੈਰ ਨੇ, ਮਾਲਕ ਨੇ ਜਾਨਵਰਾਂ ਨੂੰ 4 ਪੈਰ ਦਿੱਤੇ ਨੇ। ਮਾਲਕ ਵਾਹਿਗੁਰੂ ਨੇ ਤੇਰੇ ਨਾਲੋਂ ਵੱਡਾ ਬਲ ਤੇ ਜ਼ੋਰ ਹਾਥੀ ਵਿੱਚ ਪਾਇਆ। ਤੇਰੇ ਨਾਲੋਂ ਵੱਧ ਜਿਹੜੀ ਨਜ਼ਰ ਤੇਜ਼, ਜੇ ਆਖੇ ਅੱਖਾਂ ਨੇ, ਤੇ ਬਾਜ ਦੀ ਆਪਾਂ ਕਹਿ ਦਿੰਦੇ ਆ ਬੜੀ ਬਾਜ ਨਜ਼ਰ ਵਾਲਾ। ਇਸ ਕਰਕੇ ਨਹੀਂ, ਤੂੰ ਆਪਣੇ ਚੰਗੇ ਮੰਦੇ ਦੀ ਪਰਖ ਕਰ ਸਕਦਾ ਹੈ। ਤੈਨੂੰ ਸਮਝ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ। ਹਾਂ, ਸੰਗਤ ਦਾ ਪ੍ਰਭਾਵ, ਸਮੇਂ ਦਾ ਪ੍ਰਭਾਵ ਹੈ ਤੇ ਤੂੰ ਕਿਧਰਲੇ ਬੰਨੇ ਤੁਰ ਪਏਗਾ। ਇਸ ਕਰਕੇ ਮਹਾਰਾਜ ਕਹਿਣ ਲੱਗੇ ਕਿ ਜਦੋਂ ਗੁਰੂ ਨਾਲ ਮੇਲ ਹੋ ਜਾਏ ਤੇ ਕਰਮਾਂ ਦੀ ਤਬਦੀਲੀ ਹੋ ਜਾਏ, ਉਦੋਂ ਇਹ ਵੱਡੇ ਭਾਗਾਂ ਵਾਲਾ। ਮਹਾਰਾਜ ਜੀ ਨੇ ਬਚਨ ਕੀਤਾ, ਸਤਿਗੁਰ ਮਿਲੈ ਵਡਭਾਗ ਸੰਜੋਗ, ਹਿਰਦੈ ਨਾਮ ਨਿਤ ਹਰ ਰਸ ਪੂਰ। ਫਿਰ ਹਿਰਦੇ ਦੇ ਵਿੱਚ ਨਾਮ ਟਿਕ ਜਾਂਦਾ ਹੈ। ਇੱਕ ਬੇਨਤੀ ਹੋਰ ਕਰਾਂ, ਇਹ ਮਤ ਸਮਝ ਲੈਣਾ ਕਿ ਸਾਡਾ ਗੁਰੂ ਅਧੂਰਾ ਹੈ, ਵੀ ਸ਼ਾਇਦ ਨਾਮ ਕੋਈ ਵੱਖਰੀ ਚੀਜ਼ ਹੈ ਤੇ ਬਾਣੀ ਕੋਈ ਵੱਖਰੀ ਚੀਜ਼ ਹੈ। ਪਿਆਰਿਓ, ਬਚਨ ਪੜੋ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ। ਮਾਲਕ ਵਾਹਿਗੁਰੂ ਦੀ ਬਾਣੀ ਹੀ ਸਾਡੇ ਲਈ ਨਾਮ ਹੈ। ਮਾਲਕ ਵਾਹਿਗੁਰੂ ਦੀ ਬਾਣੀ ਨਾਲ ਜਦੋਂ ਸਾਂਝ ਪਾਵਾਂਗੇ ਤੇ ਉਦੋਂ ਪਿਆਰਿਓ ਸਾਡੀ ਨਾਮ ਨਾਲ ਸਾਂਝ ਹੈ। ਗੁਰੂ ਦੀ ਮੱਤ ਨੂੰ ਜਦੋਂ ਧਾਰਨ ਕਰ ਲਵਾਂਗੇ, ਹਿਰਦੇ ਵਿੱਚ ਨਾਮ ਵਸ ਜਾਏਗਾ। ਸਤਿਗੁਰ ਕੀ ਜਿਸ ਨੋ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜਿਉ ਜਾਣੈ, ਮਹਾਰਾਜ ਕਹਿ ਲਗੇ, ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਹਿਰਦੇ ਵਿੱਚ ਨਾਮ ਹੈ, ਜਿਹੜਾ ਬਾਣੀ ਨੂੰ ਮਨ ਕਰਕੇ ਮੰਨਣ ਲੱਗ ਜਾਏ, ਜਿਹਦੇ ਅੰਦਰ ਗੁਰੂ ਦੀ ਮੱਤ ਆ ਜਾਏ, ਗੁਰੂ ਦੇ ਬਚਨਾਂ ਤੇ ਪਹਿਰਾ ਦੇਣ ਲੱਗ ਜਾਏ। ਇਸ ਕਰਕੇ ਮਹਾਰਾਜ ਕਹਿ ਲਗੇ, ਜਿਹੜਾ ਗੁਰੂ ਨਾਲ ਜੁੜਿਆ, ਗੁਰੂ ਦੀ ਮੱਤ ਧਾਰਨ ਕੀਤੀ, ਕਿਉਂਕਿ ਗੁਰੂ ਨਾਲ ਜੁੜਨ ਨਾਲ ਗੁਰੂ ਸ਼ਬਦ ਦਿੰਦਾ ਪਿਆਰੇ, ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲੇ। ਗੁਰੂ ਨਾਲ ਜੁੜ ਕੇ ਗੁਰੂ ਗਿਆਨ ਬਖਸ਼ ਦਿੰਦਾ ਹੈ, ਸੰਸਾਰ ਵਿੱਚ ਰਹਿਣ ਦੀ ਸੋਝੀ ਆ ਜਾਂਦੀ ਹੈ। ਔਰ ਮੈਂ ਇੱਕ ਬੇਨਤੀ ਹੋਰ ਕਰਾਂ, ਧਿਆਨ ਰੱਖਣਾ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਬਾਣੀ ਸਾਡੇ ਇਸ਼ਟ ਨੇ, ਸਾਡੇ ਗੁਰੂ ਨੇ, ਤੇ ਜਿੱਥੇ ਗੁਰੂ ਸਾਹਿਬ ਸਾਨੂੰ ਅਧਿਆਤਮ ਤੌਰ ਤੇ ਅਗਵਾਈ ਬਖਸ਼ਦੇ ਨੇ ਨਾ, ਉੱਥੇ ਗੁਰੂ ਸਾਹਿਬ ਸਾਨੂੰ ਸਮਾਜਿਕ ਤੌਰ ਤੇ ਵੀ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹ ਅਗਵਾਈ ਵੀ ਗੁਰੂ ਸਾਹਿਬ ਸਾਨੂੰ ਬਖਸ਼ਦੇ। ਇਸ ਕਰਕੇ ਮਹਾਰਾਜ ਜੀ ਨੇ ਇਹ ਬਚਨ ਕੀਤਾ, ਜਦੋਂ ਹਿਰਦੇ ਵਿੱਚ ਨਾਮ ਵਸ ਜਾਏਗਾ, ਹਿਰਦੇ ਵਿੱਚ ਬਾਣੀ ਹੈ ਤੇ ਪਤਾ ਹੈ ਗੁਰੂ ਨੇ ਆ ਆਖਿਆ, ਤੇ ਫਿਰ ਮੈਂ ਇਹ ਕਰਨਾ ਨਹੀਂ। ਇਹ ਹਿਰਦੇ ਵਿੱਚ ਗੁਰੂ ਦਾ ਵਾਸਾ ਹੋਣਾ, ਗੁਰੂ ਯਾਦ। ਆਪਾਂ ਇੱਕ ਬਚਨ ਪੜ੍ਹਦੇ ਹਾਂ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਹੁਣ ਗੁਰ ਮੇਰੇ ਸੰਗ ਸਦਾ ਹੈ ਨਾਲੇ ਤੋਂ ਭਾਵ ਕੀ ਹੈ? ਸ਼ਾਇਦ ਇਹ ਸੋਚਦਾ ਕਿ ਗੁਰੂ ਸਾਹਿਬ ਤੇਰੇ ਨਾਲ ਸਰੀਰਕ ਤੌਰ ਤੇ ਤੁਰਨਗੇ। ਤੂੰ ਇਹ ਸੋਚਦਾ, ਹਾਲਾਂਕਿ ਸਰੀਰਾਂ ਦੀ ਤਾਂ ਪੂਜਾ ਹੀ ਨਹੀਂ ਹੈ, ਇੱਥੇ ਸਰੀਰ ਨੂੰ ਕੋਈ ਮਹਾਨਤਾ ਨਹੀਂ ਹੈ। ਔਰ ਮੈਂ ਬੇਨਤੀ ਕਰ ਦੂੰ, ਕੋਈ ਤੁਹਾਨੂੰ ਵੀ ਸਵਾਲ ਕਰ ਲੇ, ਉਹ ਆਖਦੇ ਜੀ ਤੁਸੀਂ ਆਖਦੇ ਹੋ ਸਰੀਰਾਂ ਦੀ ਗੱਲ ਨਹੀਂ, ਤੇ ਫਿਰ 10 ਗੁਰੂ ਸਾਹਿਬ ਵੀ ਤਾਂ ਸਰੀਰ ਹੀ ਹੋਏ ਨੇ ਨਾ, ਫਿਰ ਉਹ ਸਰੀਰਾਂ ਦੀ ਪੂਜਾ ਨਹੀਂ। ਤੇ ਬੜਾ ਪਿਆਰਾ ਸਾਨੂੰ ਇਹ ਗੱਲ ਨੂੰ ਸਮਝਣਾ ਪੈਣਾ, ਕਿਉਂਕਿ ਅੱਜ ਇਸੇ ਗੱਲ ਦੇ ਤੇ ਭੁਲੇਖੇ ਪਾਏ ਜਾ ਰਹੇ ਨੇ। ਨਹੀਂ ਜੀ, ਸਰੀਰ ਤੋਂ ਬਿਨਾਂ ਤੇ ਸੋਝੀ ਨਹੀਂ ਮਿਲਦੀ, ਸਰੀਰ ਤੋਂ ਬਿਨਾਂ ਕਿਵੇਂ ਸੇਧ ਲਵਾਂਗੇ? ਇਤਿਹਾਸ ਪੜ੍ਹੋ, ਭਾਈ ਲਹਿਣਾ ਜੀ ਜਿਸ ਵੇਲੇ ਦੇਵੀਆਂ ਦੀ ਯਾਤਰਾਵਾਂ ਤੇ ਜਾਂਦੇ ਸਨ,
ਤੇ 1532 ਦੇ ਵਿੱਚ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਜੋਧ ਕੋਲੋਂ ਆਸਾ ਕੀ ਵਾਰ ਸੁਣੀ, ਅਮਨ ਪੌੜੀ ਦਾ ਪਾਠ ਸਰਵਣ ਕੀਤਾ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ, ਆਪਣਾ ਸਾ ਘਾਲ ਬੁਰੀ ਕਿਉ ਘਾਲੀਐ। ਇਹ ਬਚਨ ਸੁਣਿਆ। ਇਹ ਬਚਨ ਤੇ ਗੁਰੂ ਨਾਨਕ ਸਾਹਿਬ ਦਾ ਆ। ਤੇ ਉਸ ਵੇਲੇ ਸਰੀਰਕ ਤੌਰ ਤੇ ਗੁਰੂ ਸਾਹਿਬ ਹਾਜ਼ਰ ਨਹੀਂ ਨਾ ਖਡੂਰ ਸਾਹਿਬ ਦੀ ਧਰਤੀ। ਮਹਾਰਾਜ ਤੇ ਬੈਠੇ ਨੇ ਕਰਤਾਰਪੁਰ ਦੀ ਧਰਤੀ ਤੇ। ਉਦਾਹਰਨ ਲੈ ਲਓ, ਗੁਰੂ ਬਾਬਾ ਅਮਰਦਾਸ ਬੀਬੀ ਅਮਰੋ ਘਰ ਬਾਣੀ ਪੜਦੀ ਹੈ। ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪੜਿਆ ਗਿਆ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜੋ ਜੋ ਕਿਰਤ ਚਲਾਏ ਤਿਉ ਚਲੀਐ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟ ਸਮੂੜੇ ਕਮਨ ਗੁਣੀ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸੀ ਉਪਰ, ਮਨ ਜਲਿਆ ਸੰਨੀ ਚਿੰਤ ਭਈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਤੋ ਦੇਵੈ, ਤਉ ਨਾਨਕ ਤ੍ਰਿਸ਼ਟ ਸਦੇਹਾ। ਹੁਣ ਇਹ ਬਚਨ ਬੀਬੀ ਅਮਰੋ ਨੇ ਪੜਿਆ। 62 ਵਰਿਆਂ ਦੀ ਉਮਰ ਬਾਬਾ ਅਮਰਦਾਸ ਦੀ ਉਹਨਾਂ ਨੇ ਸੁਣਿਆ। ਤੇ ਪਿਆਲਿਓ ਉਸ ਵੇਲੇ ਤੇ ਗੁਰੂ ਨਾਨਕ ਸਾਹਿਬ ਤੇ ਸਰੀਰਕ ਤੌਰ ਤੇ ਵੀ ਨਹੀਂ ਸਨ। ਗੁਰੂ ਅੰਗਦ ਸਾਹਿਬ ਸਤਿਗੁਰੂ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਨੇ। ਸਰੀਰ ਤੋਂ ਨਹੀਂ, ਅਗਵਾਈ ਸ਼ਬਦ ਤੋਂ ਹੁੰਦੀ ਹੈ। ਜਿਵੇਂ ਨਾ ਸਾਡਾ ਘਰ ਕਿਸੇ ਚੌਂਕ ਵਿੱਚ ਹੋਵੇ, ਕਿਸੇ ਮੇਨ ਚੁਰਾਹੇ ਦੇ ਵਿੱਚ ਹੋਵੇ, ਅਸੀਂ ਆਪਣੀ ਦੀਵਾਰ ਤੇ ਬੜਾ ਸੋਹਣਾ ਪੇਂਟ ਕਰਾਈਏ। ਤੇ ਫਿਰ ਅਸੀਂ ਚਾਹੁੰਦੇ ਹਾਂ ਵੀ ਸਾਡੀ ਇਸ ਦੀਵਾਰ ਤੇ ਕੋਈ ਪੋਸਟਰ ਨਾ ਲਾਵੇ, ਸਾਡੀ ਇਸ ਦੀਵਾਰ ਤੇ ਕੋਈ ਲਿਖੇ ਨਾ। ਫਿਰ ਅਸੀਂ ਉਹਦਾ ਹੱਲ ਕੀ ਕਰਦੇ ਹਾਂ ਜੀ? ਚਾਹੁੰਦੇ ਤੇ ਇਹ ਹੁੰਨੇ ਆ ਨਾ ਸਾਡੀ ਦੀਵਾਰ ਤੇ ਕੋਈ ਲਿਖੇ ਨਾ, ਪਰ ਅਸੀਂ ਆਪ ਆਪਣੀ ਦੀਵਾਰ ਤੇ ਲਿਖ ਦਿੰਨੇ ਆ। ਇਸ ਦੀਵਾਰ ਤੇ ਪੋਸਟਰ ਲਾਉਣੇ ਤੇ ਲਿਖਣਾ ਸਖਤ ਮਨਾ। ਜਿਵੇਂ ਇੱਕ ਬੱਚਾ ਛੋਟਾ ਸਕੂਲ 'ਚ ਜਾਵੇ ਨਾ ਜੀ, ਤੇ ਬੱਚਾ ਜਦੋਂ ਨਰਸਰੀ ਕਲਾਸ 'ਚ ਹੋਵੇ ਤੇ ਉਹਨੂੰ ਕਾਇਦਾ ਦਿੱਤਾ ਜਾਵੇ, ਇੱਕ ਪਾਸੇ ਅਲਫਾਬੈਟਿਕ ਹੈ ਏ, ਤੇ ਦੂਜੇ ਬੰਨੇ ਉਹਦੇ ਬਰਾਬਰ ਸੇਬ ਲਾਇਆ, ਏ ਫॉर ਐਪਲ। ਇਸੇ ਤਰ੍ਹਾਂ ਊੜਾ, ਦੂਜੇ ਬੰਨੇ ਊੜਾ ਊਂਠ। ਪਰ ਜਦੋਂ ਬੱਚਾ ਪੜ੍ਹਾਈ ਕਰਕੇ ਵੱਡਾ ਹੋ ਜਾਂਦਾ, ਜਿਵੇਂ ਜਿਵੇਂ ਵੱਡੀਆਂ ਕਲਾਸਾਂ 'ਚ ਆਈ ਜਾਂਦਾ, ਮੂਰਤਾਂ ਪਾਸੇ ਹੋ ਜਾਂਦੀਆਂ ਨੇ ਤੇ ਇਕੱਲੇ ਅੱਖਰ ਰਹਿ ਜਾਂਦੇ। ਬਿਲਕੁਲ ਐਵੇਂ ਗੁਰੂ ਨਾਨਕ ਸਾਹਿਬ ਆਏ, 10 ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ। ਤੇ ਜਦੋਂ ਖਾਲਸਾ ਪੂਰਨ ਹੋ ਗਿਆ, ਗੁਰੂ ਸ਼ਬਦ ਦੀ ਅਗਵਾਈ ਲੈਣ ਜੋਗਾ ਹੋ ਗਿਆ, ਸਰੀਰ ਪਾਸੇ ਹੋ ਗਏ ਤੇ ਅਗਵਾਈ ਸ਼ਬਦ ਦੀ ਹੋ ਗਈ। ਇਸ ਕਰਕੇ ਸੱਚਾ ਗੁਰੂ ਸਰੀਰਾਂ ਦੇ ਮੁਤਾਜ ਵਾਲੀ ਗੱਲ ਨਹੀਂ ਹੈ ਜੀ। ਸਰੀਰ ਚਾਹੀਦਾ ਹੈ, ਉਹਦੇ ਕੋਲੇ ਜਾਣਾ ਪਏਗਾ, ਉਹ ਬੋਲੇਗਾ ਸੇਧ ਮਿਲੇਗੀ, ਐਸਾ ਨਹੀਂ ਹੈ। ਪਾਵਨ ਬਾਣੀ ਵਿੱਚ ਮਹਾਰਾਜ ਨੇ ਅੱਜ ਇਹੀ ਬਚਨ ਸਮਝਾਇਆ। ਪਿਆਰਿਆ, ਜਦੋਂ ਸੱਚੇ ਗੁਰੂ ਨਾਲ ਜੁੜੇਗਾ, ਜਦੋਂ ਆਪਣੇ ਕਰਮਾਂ 'ਚ ਤਬਦੀਲੀ ਕਰੇਗਾ, ਤੇਰੇ ਹਿਰਦੇ ਵਿੱਚ ਹਰ ਵੇਲੇ ਨਾਮ ਬਾਣੀ ਹੋਵੇ, ਤੇ ਕੀ ਕਰਨਾ ਕੀ ਨਹੀਂ ਕਰਨਾ ਗੁਰੂ ਨੂੰ ਪੁੱਛ ਕੇ ਕਰੇ। ਕਹਿਣ ਲੱਗੇ ਹਿਰਦੈ ਨਾਮ ਨਿਤ ਹਰ ਰਸ ਭੋਗ, ਤੇ ਹਰ ਰੋਜ਼ ਗੁਰਬਾਣੀ ਨੂੰ ਭੋਗਦਾ। ਵੈਸੇ ਸ਼ਬਦੀ ਅਰਥ ਹੈ ਖਾਣਾ। ਹਰ ਰੋਜ਼ ਜਦੋਂ ਬਾਣੀ ਨੂੰ ਖਾਣਾ ਹੈ, ਭਾਵ ਆਪਣੇ ਜੀਵਨ 'ਚ ਪਹਿਲਾ ਪੱਕ ਹੈ ਬਾਣੀ ਨੂੰ ਪੜ੍ਹਨਾ, ਫਿਰ ਹੈ ਬਾਣੀ ਨੂੰ ਸਮਝਣਾ, ਤੇ ਫਿਰ ਹੈ ਜੀਵਨ ਵਿੱਚ ਧਾਰਨ ਕਰਨਾ। ਜਦੋਂ ਅਸੀਂ ਜੀਵਨ 'ਚ ਧਾਰਨ ਕਰਾਂਗੇ ਪਿਆਰਿਓ, ਇਹ ਹੈ ਬਾਣੀ ਨੂੰ ਖਾ ਲੈਣਾ। ਤੇ ਜਦੋਂ ਅਸੀਂ ਸਮਝ ਗਏ ਹਾਂ ਗੁਰੂ ਠੀਕ ਕਹਿ ਰਿਹਾ, ਜੋ ਗੁਰੂ ਨੇ ਕਹਿ ਦਿੱਤਾ, ਮੈਂ ਗੁਰੂ ਤੋਂ ਸਿਆਣਾ ਨਹੀਂ ਹਾਂ, ਜੋ ਮੇਰੇ ਗੁਰੂ ਨੇ ਬਚਨ ਕਹਿ ਦਿੱਤਾ ਅਟਲ ਹੈ, ਉਹ ਹੈ ਪਚਾ ਲੈਣਾ। ਔਰ ਆਪਾਂ ਜ਼ਿਕਰ ਪੜ੍ਹਦੇ ਹਾਂ, ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबस आधारो। जे को खावे जे को पुंचै, तिसका होए उधारो। ਜਿਹੜਾ ਗੁਰੂ ਦੀ ਗੱਲ ਨੂੰ ਸੁਣ ਲਏ, ਫਿਰ ਉਹਨੂੰ ਆਪਣੇ ਜੀਵਨ 'ਚ ਧਾਰਨ ਕਰ ਲਏ, ਉਹਦਾ ਐਨਾਲਿਸਿਸ ਕਰਕੇ, ਹਾਂ ਗੁਰੂ ਨੇ ਕਿਹਾ ਇਹ ਬਚਨ ਅਟਲ ਹੈ ਔਰ ਮੇਰੇ ਜੀਵਨ ਦਾ ਲਾਹਾ ਆ, ਤੇ ਪਿਆਰਿਓ ਫਿਰ ਉਹਨੇ ਜੀਵਨ 'ਚ ਪਚਾ ਲਿਆ ਤੇ ਉਹਦਾ ਉਧਾਰ ਹੋ ਜਾਏਗਾ। हर नाम हमारा भोजन 36 प्रकार जित खाया हमको तृप्त पई। जिथे तन दी खुराक नाल तन तृप्त हुंदा है, उत्थे मन दी खुराक बाणी है। जदों असीं बाणी पढ़ांगे फिर साडी तृप्ति है, फिर जीवन विच लांबे नहीं, फिर जीवन दे विच गुरु नूं
ਉਹ ਲਾਂਬਾ ਨਹੀਂ ਵੀ ਜੀ ਅਸੀਂ ਰੋਜ਼ ਗੁਰਦੁਆਰੇ ਜਾਂਦੇ ਹਾਂ, ਅਸੀਂ ਤੇ ਬਾਣੀ ਬੜੀ ਪੜ੍ਹਦੇ ਹਾਂ, ਅਸੀਂ ਨਿਤਨੇਮ ਬੜਾ ਕੀਤਾ। ਪਤਾ ਨਹੀਂ ਸਾਡੇ ਨਾਲ ਇੰਜ ਕਿਉਂ ਹੋਇਆ, ਪਤਾ ਨਹੀਂ। ਇੱਥੋਂ ਤੱਕ ਵੀ ਇਹ ਬਚਨ ਸੁਣੇ ਜਾ, ਪਤਾ ਨਹੀਂ ਇੰਜ ਲੱਗਦਾ ਰੱਬ ਸਾਡਾ ਵੈਰੀ ਹੋ ਗਿਆ। ਗੁਰੂ ਕੋਲੇ ਆ ਕੇ ਜਦੋਂ ਹਿਰਦੇ ਵਿੱਚ ਬਾਣੀ ਵਸੇਗੀ ਫਿਰ ਤੇ ਸਮਝ ਆਏਗੀ। ਦੁੱਖ ਸੁੱਖ ਤੇ ਸਰੀਰ ਦੇ ਕੱਪੜੇ ਨੇ, ਇਹ ਤੇ ਆਣੇ ਜਾਣੇ ਨੇ। ਪਿਆਰਿਓ, ਇੱਕ ਸ਼ਬਦ ਹੈ ਕਿਰਪਾ, ਮੈਂ ਸਾਂਝ ਕੀਤੀ ਆਪ ਜੀ ਨਾਲ। ਸ਼ਾਇਦ ਗੁਰੂ ਦੀ ਕਿਰਪਾ ਵੀ ਅਸੀਂ ਇਹ ਸਮਝ ਲਈ ਬਈ ਜੇ ਘਰ ਵੱਡਾ, ਕੋਠੀ ਵੱਡੀ, ਬੱਚੇ ਚੰਗੇ ਸੈੱਟ ਹੋ ਗਏ, ਗੱਡੀਆਂ ਮੋਟਰਾਂ ਵੱਡੀਆਂ ਹੋ ਗਈਆਂ, ਬੜੀ ਗੁਰੂ ਦੀ ਕਿਰਪਾ ਹੈ। ਤੇ ਮੈਂ ਕਿਹਾ ਕਰਦਾ ਪਿਆਰਿਓ, ਜੇ ਇਹ ਗੁਰੂ ਦੀ ਕਿਰਪਾ ਦਾ ਤਰਾਜੂ ਲੈ ਕੇ ਗੁਰੂ ਕੋਲੇ ਆਉਨੇ ਆ ਨਾ, ਤੇ ਯਾਦ ਰੱਖ ਲੈਣਾ 15 ਭਗਤ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ 15 ਭਗਤ ਸਾਹਿਬਾਨਾਂ ਦਾ ਜੀਵਨ ਪੜ੍ਹ ਕੇ ਵੇਖਿਓ, ਆਰਥਿਕ ਪੱਖ ਤੋਂ ਤੇ ਸਾਰੇ ਹੀ ਹੀਣੇ ਨੇ। ਕੋਈ ਜੁੱਤੀਆਂ ਗੰਢ ਰਿਹਾ, ਕੋਈ ਮਰੇ ਪਸ਼ੂਆਂ ਦਾ ਚੰਮ ਢੋਇਆ, ਕੋਈ ਬੁੱਤੀਆਂ ਕੱਢ ਰਿਹਾ, ਕੋਈ ਕੱਪੜੇ ਰੰਗ ਰਿਹਾ। ਉਹਨਾਂ ਕੋਲੇ ਤੇ ਵੱਡੇ ਮਹੱਲ ਨਹੀਂ, ਫਿਰ ਕੀ ਕਹੀਏ, ਉਹਨਾਂ ਕੋਲੇ ਗੁਰੂ ਦੀ ਕਿਰਪਾ ਨਹੀਂ। ਜੇ ਇਸ ਗੱਲ ਨੂੰ ਅਸੀਂ ਕਹੀਏ ਵੀ ਸ਼ਾਇਦ ਦੁੱਖ ਆ ਗਿਆ, ਘਰ ਕੋਈ ਕਾਰੋਬਾਰ 'ਚ ਘਾਟਾ ਪੈ ਗਿਆ ਜੀ, ਰੱਬ ਸਾਡਾ ਵੈਰੀ ਹੋ ਗਿਆ, ਤੇ ਪਿਆਰਿਓ ਜਿਨ੍ਹਾਂ ਨੇ ਸਿੱਖੀ ਕਮਾਈ ਉਹ ਜੰਗਲਾਂ 'ਚ ਰਹੇ, ਭੁੱਖਾਂ ਕੱਟੀਆਂ, ਆਪਣੇ ਬੱਚੇ ਸ਼ਹੀਦ ਕਰਾ ਲਏ। ਸਿੱਖੀ ਦੀ ਖਾਤਰ ਮਾਤਾਵਾਂ ਭੈਣਾਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਵਾ ਲਏ। ਕੀ ਆਖੀਏ ਕਿ ਹੁਣ ਉਹਨਾਂ ਤੇ ਗੁਰੂ ਦੀ ਕਿਰਪਾ ਨਹੀਂ ਸੀ? ਸਮਝ ਲੈਣਾ, ਗੁਰੂ ਦੀ ਕਿਰਪਾ ਹੈ। ਗੁਰੂ ਦੇ ਹੁਕਮ ਵਿੱਚ ਜਦੋਂ ਜਿਉਣਾ ਆਏਗਾ, ਗੁਰੂ ਦੀ ਕਿਰਪਾ ਜਦੋਂ ਜੀਵਨ ਉਦਮੀ ਹੋ ਗਿਆ, ਗੁਰਬਾਣੀ ਨੂੰ ਜੀਵਨ 'ਚ ਕਮਾਉਣਾ ਸ਼ੁਰੂ ਕਰ ਦਿੱਤਾ, ਤੇ ਫਿਰ ਧਨ ਹੋਣਾ ਤੇ ਨਾ ਹੋਣਾ ਇਹ ਕੋਈ ਮੁਤਾਜਗੀ ਨਹੀਂ ਹੈ। ਭਾਈ ਲਾਲੋ ਵੀ ਤੇ ਗੁਰੂ ਨਾਨਕ ਸਾਹਿਬ ਦੇ ਸਿੱਖ ਨੇ। 2 ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਗਏ। ਲਾਲੋ ਵੀ ਕਹਿ ਦਿੰਦਾ, ਗੁਰੂ ਨਾਨਕ ਸਾਹਿਬ ਤੁਸੀਂ ਮੇਰੇ ਘਰ ਆਏ ਹੋ, ਆ ਮਲਕ ਭਾਗੋ ਦੇ ਤੇ ਮਹੱਲ ਬੜੇ ਵੱਡੇ ਨੇ, ਇੱਥੇ ਮੇਰੀ ਵੀ ਵੱਡੀ ਕੋਠੀ ਪਾਓ, ਪਤਾ ਲੱਗੇ ਗੁਰੂ ਨਾਨਕ ਦੀ ਕਿਰਪਾ ਹੋ ਗਈ। ਨਹੀਂ ਪਿਆਰਿਓ, ਗੁਰੂ ਦੀ ਕਿਰਪਾ ਹੈ ਗੁਰੂ ਦੀ ਰਜ਼ਾ ਵਿੱਚ ਰਹਿਣਾ, ਗੁਰੂ ਦੇ ਹੁਕਮ ਵਿੱਚ ਰਹਿਣਾ। ਮਹਾਰਾਜ ਜੋ ਜੇ ਸੁਖ ਦੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਿ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕਰਕੇ ਸਮਝਾਇਆ, ਕਹਿ ਲੱਗੇ ਉਹ ਸਦਾ ਜੀਵਨ ਵਿੱਚ ਬਾਣੀ ਨੂੰ ਵਸਾ ਕੇ ਰੱਖਦੇ ਨੇ। ਹਿਰਦੈ ਨਾਮ ਨਿਤ ਹਰ ਰਸ ਭੋਗ, ਜਿੱਥੇ ਤਨ ਦੀ ਖੁਰਾਕ ਲੈਂਦੇ ਨੇ ਉੱਥੇ ਬਾਣੀ ਦੀ ਖੁਰਾਕ ਵੀ ਲੈਂਦੇ ਨੇ। ਸਮਝ ਆ ਗਈ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਜੇ ਪਾਣੀ ਨਾ ਮਿਲੇ ਤੇ ਮੌਤ ਹੈ, ਇਵੇਂ ਜੇ ਬਾਣੀ ਨਾ ਪੜੀ ਤੇ ਆਤਮਕ ਮੌਤ ਹੈ। ਇਸ ਕਰਕੇ ਜਿਹੜੇ ਗੁਰੂ ਨਾਲ ਸਾਂਝ ਪਾਉਣ, ਹਿਰਦੈ ਨਾਮ ਨਿਤ ਹਰ ਰਸ ਭੋਗ, ਉਹਨਾਂ ਦੇ ਹਿਰਦੇ ਵਿੱਚ ਨਾਮ ਹੈ, ਬਾਣੀ ਹੈ, ਤੇ ਸਦਾ ਮਾਲਕ ਵਾਹਿਗੁਰੂ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ 'ਚ ਕਮਾਉਂਦੇ। ਮਹਾਰਾਜ ਜੀ ਨੇ ਬਚਨ ਕੀਤਾ, ਗੁਰਮੁਖ ਪ੍ਰਾਣੀ ਨਾਮ ਹਰ ਧਿਆਏ। ਇਸ ਕਰਕੇ ਇਹ ਪਿਆਰਿਆ, ਗੁਰੂ ਦੇ ਰਾਹੀਂ ਉਸ ਮਾਲਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ। ਜਨਮ ਜੀਤ ਲਾਹਾ ਨਾਮ ਪਾਏ। ਇਹਦੇ ਨਾਲ ਕੀ ਹੋਵੇਗਾ? ਤੂੰ ਆਪਣੇ ਜਨਮ ਨੂੰ ਜਿੱਤ ਲਵੇਂ। ਇਸ ਸੰਸਾਰ ਤੋਂ ਨਾਮ ਦੀ ਖੱਟੀ ਜੋ ਤੇਰਾ ਲਾਹਾ ਹੈ, ਜੋ ਤੈਨੂੰ ਪ੍ਰਾਪਤੀ ਹੋਣੀ ਚਾਹੀਦੀ ਹੈ, ਜਿਹਦੇ ਕਰਕੇ ਤੂੰ ਆਇਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਤੇ ਮਹਾਰਾਜ ਨੇ ਕਿੰਨਾ ਪੈਰਾ ਸਮਝਾਇਆ, ਕਹਿੰਦੇ ਓਦ ਘਟੈ ਦਿਨਸ ਰਹਿਣਾਰੇ, ਮਨ ਗੁਰ ਮਿਲ ਕਾਜ। ਗੁਰੂ ਨੂੰ ਮਿਲ ਕੇ ਆਪਣਾ ਇਹ ਕਾਜ ਸਵਾਰ ਲੈ। ਇੱਕ ਬਚਨ ਆਪਾਂ ਪੜ੍ਹਦੇ ਹਾਂ ਜੀ ਬਾਬਾ ਕਬੀਰ ਜੀ ਦਾ, ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਹੁਣ ਧਿਆਨ ਦੇਣਾ, ਇਹ ਬਚਨਾਂ ਨੂੰ ਪੜ੍ਹਿਓ। ਜੇ ਤਾਂ ਇਹਦੇ ਅਸੀਂ ਸ਼ਬਦੀ ਅਰਥ ਕਰੀਏ ਤੇ ਫਿਰ ਇਹ ਨੇ ਵੀ ਗੁਰੂ ਦੀ ਸੇਵਾ ਤੇ ਭਗਤੀ ਕੀਤੀ ਤੇ ਮਨੁੱਖਾ ਜਨਮ ਮਿਲਿਆ। ਪਰ ਧਿਆਨ ਰੱਖਣਾ, ਪਾਵਨ ਬਾਣੀ ਤੇ ਇਹ ਗੱਲ ਕਹਿ ਰਹੀ ਹੈ ਕਿ ਪਿਆਰਿਆ,
ਜਦੋਂ ਤੂੰ ਮਾਲਕ ਵਾਹਿਗੁਰੂ ਦਾ ਨਾਮ ਜਪੇਗਾ ਤੇ ਚੰਗਾ ਆ ਜੀਵਨ ਵਿੱਚ ਜਪ ਲੈ। ਜਦੋਂ ਤੂੰ ਪਸ਼ੂ ਬਣ ਗਿਆ, ਜਦੋਂ ਤੇਰੇ ਚਾਰ ਪਾਮ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਗੁਰੂ ਸਾਹਿਬ ਤੇ ਕਹਿੰਦੇ ਆ ਹੋਰ ਕਿਸੇ ਜੂਨ ਵਿੱਚ ਤੇ ਨਾਮ ਹੀ ਨਹੀਂ ਜਪਿਆ ਜਾਣਾ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਹੀ ਲਓ, ਮਨੁੱਖਾ ਜਨਮ ਵਿੱਚ ਹੀ ਜਪਿਆ ਜਾ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਬੰਦਾ ਤੇ ਮੈਂ ਸਾਂ, ਜਾਮਾ ਤੇ ਮਨੁੱਖੀ ਸੀ, ਪਰ ਜਿਹੜੇ ਮੇਰੇ ਕੰਮ ਨਹੀਂ ਸੀ ਸਹੀ। ਜਿਹਨੂੰ ਮਹਾਰਾਜ ਨੇ ਆਖਿਆ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ। ਜਦੋਂ ਗੁਰੂ ਨੂੰ ਮਿਲਿਆ ਸੋਝੀ ਆਈ, ਮੈਂ ਬੰਦਾ ਹਾਂ, ਹੁਣ ਮੈਂ ਕਰਮ ਬੰਦਿਆਂ ਵਾਲੇ ਕਰਨੇ ਨੇ। ਫਿਰ ਜਦੋਂ ਭਗਤੀ ਕੀਤੀ, ਨਾਮ ਜਪਿਆ, ਤੇ ਫਿਰ ਪਤਾ ਲੱਗਾ ਹਾਂ ਹੁਣ ਬੰਦਾ ਬਣਿਆ। ਮਹਾਰਾਜ ਨੇ ਕਿਹਾ ਨਾ, ਬੰਦਾ ਸੋ ਜੋ ਬੰਦਗੀ ਗਾ ਹੈ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ, ਸਤਿਗੁਰੂ ਕਹਿ ਲੱਗੇ, ਪਿਆਰਿਆ ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹ। ਇਹ ਤੇਰੇ ਜੀਵਨ ਦਾ ਲਾਹਾ ਹੈ। ਤੇ ਅਗਲੇਰੇ ਬੰਦ ਵਿੱਚ ਮਹਾਰਾਜ ਨੇ ਬਚਨ ਬਖਸ਼ਿਸ਼ ਕੀਤੇ, ਗਿਆਨ ਧਿਆਨ ਗੁਰ ਸ਼ਬਦ ਹਮੀਠਾ, ਗੁਰ ਕਿਰਪਾ ਤੇ ਕਿਨ ਵਿਰਲੇ ਚਖ ਡੀਠਾ। ਜਿਹੜੇ ਗੁਰੂ ਨਾਲ ਜੁੜ ਜਾਣ, ਉਹ ਗੁਰੂ ਸ਼ਬਦ ਉਹਨਾਂ ਨੂੰ ਮਿੱਠਾ ਲੱਗਦਾ। ਇਹੜ ਤੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਫਿਰ ਉਹ ਗੁਰੂ ਬਾਣੀ ਨੂੰ ਪੜ੍ਹ ਕੇ ਗਿਆਨ ਲੈਂਦੇ ਨੇ ਤੇ ਉਹਦੇ ਵਿੱਚ ਹੀ ਆਪਣੀ ਸੁਰਤ ਟਿਕਾਉਂਦੇ ਨੇ। ਗੁਰਬਾਣੀ ਤੋਂ ਬਿਨਾ ਕੋਈ ਜੋ ਮਰਜ਼ੀ ਇੱਧਰਲਾ ਉੱਧਰਲਾ ਕਹੀ ਜਾਓ, ਕਹਿੰਦੇ ਨਹੀਂ, ਸਾਡੇ ਲਈ ਤੇ ਜੋ ਗੁਰੂ ਸ਼ਬਦ ਨੇ ਕਹਿ ਦਿੱਤਾ ਉਹ ਅਟਲ ਹੈ। ਮਹਾਰਾਜ ਜੀ ਨੇ ਅੱਗੇ ਬਚਨ ਬਖਸ਼ਿਸ਼ ਕੀਤਾ, ਪਰ ਕੋਈ ਵਿਰਲਾ ਹੈ ਜਿਹੜਾ ਗੁਰੂ ਸ਼ਬਦ ਦੀ ਟੇਕ, ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਜਿਉਂਦਾ ਹੈ, ਜਿਹਨੂੰ ਭਰੋਸਾ ਗੁਰੂ ਤੇ ਹੈ। ਕੋਈ ਜੋ ਮਰਜ਼ੀ ਆਖੀ ਜਾਏ ਉਹ ਕੁਝ ਨਹੀਂ ਕਰਦਾ। ਮਹਾਰਾਜ ਕਹਿ ਲਗੇ, ਉਹ ਕੋਈ ਵਿਰਲਾ। ਕੋਟਨ ਮੈਂ ਨਾਨਕ ਕੋਊ, ਕਰੋੜਾਂ ਚੋਂ ਕੋਈ ਇੱਕ ਹੈ ਜਿਹੜਾ ਉਸ ਮਾਲਕ ਵਾਹਿਗੁਰੂ ਨਾਲ ਆਪਣਾ ਚਿੱਤ ਜੋੜਦਾ ਹੈ। ਮਹਾਰਾਜ ਜੀ ਨੇ ਅੱਗੇ ਬਚਨ ਬਖਸ਼ਿਸ਼ ਕੀਤੇ, ਕਰਮ ਕਾਂਡ ਬਹੁ ਕਰੈ ਅਚਾਰ, ਬਿਨ ਨਾਵੇਂ ਤ੍ਰਿਗ ਤ੍ਰਿਗ ਅਹੰਕਾਰ। ਨਹੀਂ ਤੇ ਧਰਮ ਦੀਆਂ ਰਸਮਾਂ ਤੇ ਹੋਰ ਸਾਰੇ ਕਰਮ ਕਰੀ ਜਾਂਦਾ, ਪਰ ਹਿਰਦੇ ਵਿੱਚ ਨਾਮ ਨਹੀਂ, ਬਾਣੀ ਦੇ ਅਨੁਸਾਰ ਕਰਮ ਨਹੀਂ। ਤੇ ਮਹਾਰਾਜ ਕਹਿ ਲਗੇ, ਜੇ ਐਸਾ ਹੈ, ਧਰਮ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ, ਹੋਰ ਕਰਮ ਤੇ ਕੀਤੇ ਜਾ ਰਹੇ ਨੇ, ਪਰ ਜੀਵਨ ਵਿੱਚ ਕੋਈ ਤਬਦੀਲੀ ਨਹੀਂ। ਤੇ ਮਹਾਰਾਜ ਕਹਿ ਲਗੇ, ਬਿਨਾ ਨਾਮ ਤੋਂ ਫਿਟਕਾਰਯੋਗ ਜੀਵਨ ਹੈ, ਸਗੋਂ ਕੀਤੇ ਕਰਮਾਂ ਦਾ ਹੰਕਾਰ ਵੱਧ ਜਾਂਦਾ ਹੈ। ਮਹਾਰਾਜ ਕਹਿ ਲਗੇ, ਬੰਧਨ ਬਾਂਧਿਓ ਮਾਇਆ ਫਾਸ। ਤੇ ਕੀ ਹੁੰਦਾ ਹੈ, ਮਾਇਆ ਦੀ ਫਾਹੀ ਵਿੱਚ ਬੰਦਾ ਫਸਿਆ ਰਹਿੰਦਾ ਹੈ। ਕਿਉਂਕਿ ਜਦੋਂ ਧਰਮ ਦੀਆਂ ਰਸਮਾਂ ਤੇ ਨਿਭਾਈਆਂ ਜਾਣ, ਪਰ ਜੀਵਨ ਵਿੱਚ ਨਹੀਂ। ਮੈਂ ਇੱਕ ਹੀ ਗੱਲ ਕਹਿ ਕੇ ਸਮਾਪਤੀ ਕਰਾਂ। ਇੱਕ ਪਿੰਡ ਦੇ ਵਿੱਚ ਨਾ ਜੀ ਇੱਕ ਚੋਰ ਰਹਿੰਦਾ ਸੀ, ਤੇ ਉਸ ਪਿੰਡ ਦੇ ਲੋਕਾਂ ਨੇ ਇਹ ਮਨ ਬਣਾ ਲਿਆ ਵੀ ਆਪਾਂ ਧਾਰਮਿਕ ਯਾਤਰਾਵਾਂ ਲਈ ਚੱਲੀਏ। ਉਸ ਚੋਰ ਨੂੰ ਪਤਾ ਲੱਗ ਗਿਆ। ਉਹ ਚੋਰ ਆ ਕੇ ਪਿੰਡ ਵਾਲਿਆਂ ਨੂੰ ਕਹਿੰਦਾ, ਮੈਨੂੰ ਨਾਲ ਲੈ ਕੇ ਜਾਓ। ਪਿੰਡ ਵਾਲੇ ਆਖਦੇ, ਤੈਨੂੰ ਨਹੀਂ ਲਿਜਾਣਾ, ਤੂੰ ਚੋਰ ਹੈ, ਤੇਰਾ ਕੀ ਪਤਾ ਤੂੰ ਕੋਈ ਚੋਰੀ ਕਰ ਲੈ। ਉਹ ਕਹਿੰਦਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਚੋਰੀ ਨਹੀਂ ਕਰਾਂਗਾ। ਉਹਨੂੰ ਨਾਲ ਲੈ ਕੇ ਤੁਰ ਪਏ। ਜਦੋਂ ਤੁਰੇ ਨਾ ਜੀ, ਤੇ ਹੋਇਆ ਕਿ ਜਿੱਥੇ ਰੁਕਣਾ, ਰਾਤ ਨੂੰ ਸਾਰਿਆਂ ਦਾ ਸਮਾਨ ਗਾਇਬ ਹੋ ਜਾਣਾ, ਕਿਸੇ ਦਾ ਕੁਛ ਨਾ ਲੱਭਣਾ, ਕਿਸੇ ਦਾ ਕੁਛ ਨਾ ਲੱਭਣਾ। ਥੋੜੀ ਦੇਰ ਬਾਅਦ ਸਮਾਨ ਲੱਭ ਜਾਣਾ। ਜਦੋਂ 1-2 ਦਿਨ ਏਦਾਂ ਲੱਗੇ ਨਾ, ਤੇ ਉਹਨਾਂ ਨੇ ਚੋਰ ਨੂੰ ਬੁਲਾ ਲਿਆ ਵੀ ਸਾਡੀ ਤਾਂ ਸੰਗਤ ਵਿੱਚ ਤੂੰ ਹੀ ਲੱਗਦਾ ਸਾਨੂੰ। ਉਹ ਕਹਿੰਦਾ, ਹਾਂ ਚੁੱਕਿਆ ਮੈਂ ਹੀ। ਕਹਿੰਦਾ, ਫਿਰ ਇਹ ਗੱਲ ਦੱਸ, ਜੇ ਤੂੰ ਚੁੱਕਦਾ ਆ, ਫਿਰ ਇਹ ਸਮਾਨ ਵਾਪਸ ਕਿਉਂ ਰੱਖਦਾ? ਸਾਨੂੰ ਲੱਭ ਜਾਂਦਾ ਥੋੜੀ ਦੇਰ ਬਾਅਦ। ਉਹ ਕਹਿੰਦਾ, ਕਾਰਨ ਇਹ ਹੈ, ਮੈਂ ਤੁਹਾਡੇ ਨਾਲ ਆਇਆ, ਵਾਅਦਾ ਕੀਤਾ ਮੈਂ ਚੋਰੀ ਨਹੀਂ ਕਰਨੀ, ਪਰ ਇਹ ਤਾਂ ਨਹੀਂ ਹੈ ਵੀ ਮੈਂ ਆਪਣੀ ਕਿਰਤ ਛੱਡ ਦੇਵਾਂ। ਮੈਂ ਅਭਿਆਸ ਤਾਂ ਰੱਖਣਾ ਹੀ ਹੈ ਨਾ। ਜਦੋਂ ਆਪਾਂ ਯਾਤਰਾਵਾਂ ਤੋਂ ਮੈਂ ਵਾਪਸ ਚਲਿਆ ਗਿਆ, ਘਰੇ ਪਹੁੰਚ ਗਿਆ, ਉਦੋਂ ਬਾਅਦ ਮੈਂ ਚੋਰੀ ਥੋੜੀ ਨਾ ਛੱਡ ਦੇ। ਮੈਨੂੰ ਖਿਮਾ ਕਰਨਾ। ਕਿਤੇ ਨਾ ਕਿਤੇ ਬੰਦਾ ਵੀ ਇਸੇ ਪ੍ਰੈਕਟਿਸ 'ਚ ਲੱਗਾ। ਇਸ ਕਰਕੇ ਮਹਾਰਾਜ ਕਹਿ ਲਗੇ, ਇਹ ਕਰਮਕਾਂਡ ਬਣ ਜਾਣਗੇ ਜੇ ਤਬਦੀਲੀ ਨਹੀਂ ਆਏਗੀ। ਇਸ ਕਰਕੇ ਮਹਾਰਾਜ ਕਹਿ ਲਗੇ, ਜਨ ਨਾਨਕ ਛੂਟੈ ਗੁਰ ਪ੍ਰਗਾਸ। ਜਦੋਂ ਗੁਰੂ ਦੀ ਮੱਤ ਆ ਜਾਏ, ਗੁਰਬਾਣੀ ਦਾ ਚਾਨਣ ਹੋ ਜਾਏ, ਫਿਰ ਬੰਦਾ ਮਾਇਆ ਦੀ ਫਾਹੀ ਵਿੱਚੋਂ ਬਚ ਜਾਂਦਾ ਹੈ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਪੂਰਨ ਸ਼ਬਦ ਅੰਦਰ ਕਰਮਾਂ ਦੀ ਤਬਦੀਲੀ, ਹਿਰਦੇ ਵਿੱਚ ਨਾਮ, ਜੀਵਨ ਵਿੱਚ ਕਮਾਉਣ ਦੀ ਗੱਲ ਕੀਤੀ ਹੈ। ਸਤਿਗੁਰੂ ਕਿਰਪਾ ਕਰੇ
महाराज जी के चरना च अरदास करया करिए। विसर नाही दातार अपना नाम देहो, गुण गावां दिन रात नानक चाओ इहो। इन्नियां बेनतियां परवान करियो। गुरमत विचारा करदियां बेअंत तरह दीयां भुल्लां हो गईयां हन, खिमा करना। सतगुरु रहमतां करन। समूह संगतां नूं दरों करो नामदान, गुर सिੱਖੀ ਦੀਆਂ ਦਾਤਾਂ ਦੇ ਨਾਲ ਨਿਹਾਲ ਕਰਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਧੰਨਵਾਦ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ पावन अस्थान ते गुरमत विचारा करन दा सुभाग बख्शिश होया। परवानो फतेह गज के आखो जी वाहिगुरु जी का खालसा वाहिगुरु जी की फतेह।